Welcome back to all my viewers on my YouTube channel. Today I'm discuss about to the most important chapter of the class 10th SST history part. ਇਹ ਚੈਪਟਰ ਨੇਮ ਇਜ਼ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਅਤੇ ਖਾਲਸਾ ਪੰਥ ਦੀ ਸਿਰਜਣਾ ਅਤੇ ਸ਼ਖਸੀਅਤ ਭਾਗ ਪਹਿਲਾ। ਇਹਦੇ ਵਿੱਚ ਅਸੀਂ ਅੱਜ ਡਿਸਕਸ ਕਰਾਂਗੇ ਵੈਰੀ ਸ਼ਾਰਟ ਤੇ ਸ਼ਾਰਟ ਕੁਐਸਚਨ ਆਨਸਰ। ਸਭ ਨੂੰ ਪਤਾ ਵਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜੇ ਸੀਗੇ ਉਹ ਮਹਾਨ ਸੰਤ ਸਿਪਾਹੀ ਮੰਨੇ ਗਏ ਨੇ ਸਿੱਖ ਧਰਮ ਦੇ। ਉਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਕੁਝ ਕੀਤਾ ਵਾ। ਅੱਜ ਅਸੀਂ ਉਹਨਾਂ ਦੇ ਬਾਰੇ ਸਾਰੀ ਡਿਸਕਸ਼ਨ ਕਰਨੀ ਆ, ਤਾਂ ਤੁਸੀਂ ਸਾਰੇ ਬੱਚਿਆਂ ਨੇ ਬੜੇ ਧਿਆਨ ਨਾਲ ਇਹਨੂੰ ਸੁਣਨਾ ਵਾ ਤੇ ਆਪਣੀ ਕਾਪੀਜ਼ ਉੱਤੇ ਵੀ ਨੋਟ ਡਾਊਨ ਕਰਨਾ। ਸਟਾਰਟ ਕਰਦੇ ਹਾਂ। ਪਹਿਲਾਂ ਗੁਰੂ ਗੋਬਿੰਦ ਰਾਏ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਤੇ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਦੱਸੋ। ਗੁਰੂ ਗੋਬਿੰਦ ਸਿੰਘ ਜੀ ਇਹ ਵੀ ਯਾਦ ਰੱਖਣਾ ਵੀ ਉਹਨਾਂ ਦਾ ਬਚਪਨ ਦਾ ਨਾਮ ਕੀ ਸੀ, ਗੋਬਿੰਦ ਰਾਏ ਸੀਗਾ। ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਉਹਨਾਂ ਨੇ ਆਪਣਾ ਨੇਮ ਚੇਂਜ ਕਰਕੇ ਗੁਰੂ ਗੋਬਿੰਦ ਸਿੰਘ ਜੀ ਰੱਖਿਆ। ਦੇਖੋ, ਗੁਰੂ ਗੋਬਿੰਦ ਰਾਏ ਜੀ ਦਾ ਜਿਹੜਾ ਜਨਮ ਸੀਗਾ ਉਹ 22 ਸਤੰਬਰ 1666 ਈਸਵੀ ਦੇ ਵਿੱਚ ਪਟਨਾ ਵਿਖੇ ਹੋਇਆ ਸੀ। ਉਹਨਾਂ ਦੇ ਮਾਤਾ ਦਾ ਨਾਮ ਗੁਜਰੀ ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੀ। ਇਹ ਯਾਦ ਰੱਖਣਾ। ਨੈਕਸਟ ਹੈਗਾ ਵਾ ਬਚਪਨ ਵਿੱਚ ਪਟਨਾ ਦੇ ਵਿਖੇ ਗੁਰੂ ਗੋਬਿੰਦ ਰਾਏ ਜੀ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ। ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਛੋਟੇ ਹੁੰਦੇ ਤੋਂ ਹੀ ਉਹਨਾਂ ਨੂੰ ਲੜਾਈਆਂ ਦਾ ਲੜਨਾ, ਅਦਾਲਤਾਂ ਲਗਾਉਣੀਆਂ ਤੇ ਜਿਹੜੇ ਆਪਣੇ ਸਾਥੀਆਂ ਦੇ ਜਿਹੜੇ ਝਗੜੇ ਸੀ ਉਹਨੂੰ ਨਿਪਟਾਉਣ ਦੇ ਵਿੱਚ ਉਹਨਾਂ ਨੂੰ ਬੜਾ ਮਜ਼ਾ ਆਉਂਦਾ ਸੀ ਤੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੇ ਖੇਡਾਂ ਸੀ ਉਹ ਖੇਡਦੇ ਹੁੰਦੇ ਸੀ। ਅੱਗੇ ਹੈ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਰਾਏ ਜੀ ਕਿਸ ਅਧਿਆਪਕ ਦੇ ਕੋਲੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹ ਇੱਕ ਮਹਾਨ ਸਕਾਲਰ ਵੀ ਹੋਏ ਨੇ, ਯਾਨੀ ਕਿ ਮਹਾਨ ਇੱਕ ਸਿੱਖਿਅਕ ਵੀ ਹੋਏ ਨੇ। ਉਹਨਾਂ ਨੇ ਬਹੁਤ ਸਾਰੀਆਂ ਸਿੱਖਿਆਵਾਂ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਵੀ ਸਿੱਖੀਆਂ। ਜਿਵੇਂ ਕਿ ਉਹਨਾਂ ਨੇ ਦੱਸਿਆ ਹੋਇਆ, ਗੁਰੂ ਗੋਬਿੰਦ ਰਾਏ ਜੀ ਨੇ ਕਾਜੀ ਪੀਰ ਮੁਹੰਮਦ, ਪੰਡਿਤ ਹਰਜਸ, ਰਾਜਪੂਤ ਬੱਚਰ ਸਿੰਘ, ਭਾਈ ਸਾਹਿਬ ਚੰਦ, ਭਾਈ ਸਤੀ ਦਾਸ, ਯਾਨੀ ਕਿ ਉਹਨਾਂ ਨੇ ਸਾਰੇ ਧਰਮਾਂ ਦੀ ਜਿਹੜੇ ਸੀਗੇ ਭਾਸ਼ਾਵਾਂ ਸਿੱਖੀਆਂ ਤੇ ਉਹ ਇੱਕ ਮਹਾਨ ਸਕਾਲਰ ਵੀ ਬਣੇ। ਉਸ ਤੋਂ ਬਾਅਦ ਹੈ ਕਸ਼ਮੀਰੀ ਪੰਡਤ ਦੀ ਕੀ ਸਮੱਸਿਆ ਸੀ। ਗੁਰੂ ਤੇਗ ਬਹਾਦਰ ਜੀ ਨੇ ਇਸ ਸਮੱਸਿਆ ਨੂੰ ਕਿਵੇਂ ਹੱਲ ਕੀਤਾ। ਕਸ਼ਮੀਰੀ ਜਿਹੜੇ ਪੰਡਤ ਸੀਗੇ ਕੀ ਸੀ, ਕਸ਼ਮੀਰ ਦੇ ਵਿੱਚੋਂ ਆਏ ਸੀ ਜਿਹੜੇ ਕਿ ਔਰੰਗਜ਼ੇਬ ਜਿਹੜਾ ਸੀ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਦਾ ਜਿਹੜਾ ਧਰਮ ਸੀ ਉਹਨੂੰ ਚੇਂਜ ਕਰ ਰਿਹਾ ਸੀ, ਯਾਨੀ ਕਿ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਗੁਰੂ ਤੇਗ ਬਹਾਦਰ ਜੀ ਨੂੰ ਇਸ ਸਮੱਸਿਆ ਦੇ ਲਈ ਉਹਨਾਂ ਨੇ ਆਤਮ ਬਲੀਦਾਨ ਦਾ ਜਿਹੜਾ ਹੱਲ ਸੀਗਾ ਉਹ ਦਿਖ ਰਿਹਾ ਸੀ ਤੇ ਉਹਨਾਂ ਨੇ ਸੋਚਿਆ ਵੀ ਹੁਣ ਕਿਸੇ ਨਾ ਕਿਸੇ ਨੂੰ ਬਲੀਦਾਨ ਦੇਣ ਦੀ ਲੋੜ ਪਏਗੀ। ਅੱਗੇ ਹੈ ਭੰਗਾੜੀ ਦੀ ਜਿੱਤ ਤੋਂ ਬਾਅਦ ਗੁਰੂ ਗੋਬਿੰਦ ਰਾਏ ਜੀ ਨੇ ਕਿਹੜੇ ਕਿਲ੍ਹੇ ਉਸਾਰੇ। ਵੀ ਜਿਹੜੇ ਭੰਗਾੜੀ ਦੀ ਯੁੱਧ ਸੀਗਾ ਉਹਨੂੰ ਜਿੱਤਣ ਤੋਂ ਬਾਅਦ ਗੁਰੂ ਜੀ ਨੇ ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਤੇ ਫਤਿਹਗੜ੍ਹ ਦੇ ਵਿੱਚ ਜਿਹੜੇ ਨੇ ਨਵੇਂ ਕਿਲ੍ਹੇ ਜਿਹੜੇ ਸੀ ਉਹ ਉਸਾਰੇ ਸੀਗੇ। ਅੱਗੇ ਹੈ ਪੰਜ ਪਿਆਰਿਆਂ ਦੇ ਨਾਮ ਲਿਖੋ। ਪੰਜ ਪਿਆਰੇ ਕਦੋਂ ਬਣੇ ਸੀ, ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ 1699 ਈਸਵੀ ਦੇ ਵਿੱਚ। ਤਾਂ ਉਹਨਾਂ ਦੇ ਵਿੱਚ ਉਹਨਾਂ ਨੇ 5 ਬੰਦਿਆਂ ਦਾ ਬਲੀਦਾਨ ਮੰਗਿਆ ਸੀ ਤੇ ਉਹ ਜਿਹੜੇ 5 ਜਣੇ ਅੱਗੇ ਆਏ ਸੀ ਉਹਨਾਂ ਦਾ ਨਾਮ ਬਦਲ ਕੇ ਪੰਜ ਪਿਆਰੇ ਰੱਖਿਆ ਗਿਆ ਤੇ ਉਹਨਾਂ ਦੇ ਨਾਮ ਦੇ ਪਿੱਛੇ ਸਿੰਘ ਲਾਇਆ ਗਿਆ, ਜਿਵੇਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ। ਉਸ ਤੋਂ ਬਾਅਦ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕਦੋਂ ਜੋਤੀ ਜੋਤ ਕਿਵੇਂ ਸਮਾਏ। ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹਨਾਂ ਨੂੰ ਜੋਤੀ ਜੋਤ ਸਮਾਉਣ ਦੇ ਵਿੱਚ ਇੱਕ ਪਠਾਨ ਦਾ ਹੱਥ ਸੀ। ਇੱਕ ਪਠਾਨ ਨੇ ਜਿਹੜਾ ਗੁਰੂ ਸਾਹਿਬ ਜੀ ਦੇ ਜਿਹੜਾ ਢਿੱਡ ਦੇ ਵਿੱਚ ਸੀਗਾ ਛੁਰਾ ਘੋਪ ਦਿੱਤਾ ਸੀ ਤੇ ਇਸ ਦੇ ਨਾਲ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀ ਉਹ ਜੋਤੀ ਜੋਤ ਸਮਾ ਗਏ। ਅੱਗੇ ਹੈ ਖੰਡੇ ਦੀ ਪਹੁਲ ਤਿਆਰ ਕਰਨ ਦੇ ਸਮੇਂ ਕਿਹਨਾਂ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ। ਹੁਣ ਜਦੋਂ ਅਸੀਂ ਕੀ ਆ ਦੇਗ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਵਾ ਜਾਂ ਹੋਰ ਵੀ ਕੋਈ ਵਧੀਆ ਕੰਮ ਕੀਤੇ ਜਾਂਦੇ ਆ ਤਾਂ ਉਸ ਸਮੇਂ ਕੀ ਆ ਕਿਸ ਬਾਣੀਆਂ ਦਾ ਪਾਠ ਕੀਤਾ ਜਾਂਦਾ। ਜਪਜੀ ਸਾਹਿਬ, ਜਪ ਸਾਹਿਬ, ਆਨੰਦ ਸਾਹਿਬ, ਸਵੈਗਲ ਅਤੇ ਚੌਪਈ ਸਾਹਿਬ ਜਿਹੜੇ ਸੀਗੇ ਆਦਿ ਦੀਆਂ ਬਾਣੀਆਂ ਜਿਹੜੀਆਂ ਨੇ ਉਹ ਪੜ੍ਹੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਹੈ ਖਾਲਸਾ ਦੀ ਸਿਰਜਣਾ ਕਦੋਂ ਅਤੇ ਕਿੱਥੇ ਹੋਈ। ਜਿਹੜੀ ਖਾਲਸਾ ਦੀ ਸਿਰਜਣਾ ਹੋਈ ਸੀ ਅਸੀਂ ਪਹਿਲਾਂ ਵੀ ਡਿਸਕਸ ਕੀਤਾ 1699 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿਖੇ ਹੋਈ ਸੀ, ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਵਿਸਾਖੀ ਵਾਲੇ ਦਿਨ। ਉਸ ਤੋਂ ਬਾਅਦ ਹੈ ਬਿਲਾਸਪੁਰ ਦੇ ਰਾਜਾ ਭੀਮ ਚੰਦ ਉੱਤੇ ਖਾਲਸਾ ਸਿਰਜਣਾ ਦਾ ਕੀ ਅਸਰ ਹੋਇਆ। ਵੀ ਜਿਹੜੇ ਬਿਲਾਸਪੁਰ ਯਾਨੀ ਕਿ ਜਿਹੜਾ ਅੱਜ ਕੱਲ੍ਹ ਕਿੱਥੇ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਆ, ਉਹਨਾਂ ਦੇ ਜਿਹੜਾ ਰਾਜਾ ਸੀ ਉਹਦਾ ਕੀ ਅਸਰ ਪਿਆ ਸੀਗਾ। ਉਸਨੇ ਗੁਰੂ ਜੀ ਦੇ ਵਿਰੁੱਧ ਕਈ ਪਹਾੜੀ ਰਾਜਿਆਂ ਦੇ ਨਾਲ ਗੱਠਜੋੜ ਕਰ ਲਿਆ। ਤਾਂ ਉਹਨਾਂ ਨੇ ਗੁਰੂ ਜੀ ਦੇ ਖਿਲਾਫ ਜਿਹੜੇ ਸੀ ਉਹ ਹੋ ਗਏ ਸੀਗੇ ਤੇ ਉਹ ਪਹਾੜੀ ਰਾਜਿਆਂ ਨਾਲ ਮਿਲ ਕੇ ਗੁਰੂ ਜੀ ਦੇ ਖਿਲਾਫ ਕਦਮ ਚੱਕਣ ਲੱਗੇ ਸੀ। ਅੱਗੇ ਹੈ ਭਗਾੜੀ ਦੀ ਲੜਾਈ ਦੇ ਵਿੱਚ ਤਤਕਾਲੀ ਕਾਰਨ ਦੱਸੋ। ਵੀ ਉਹਦੇ ਵਿੱਚ ਕਿਹੜਾ ਕਾਰਨ ਇਹੋ ਜਿਹੇ ਸੀਗੇ ਜਿਹਦੇ ਕਰਕੇ ਉਹ ਲੜਾਈ ਹੋਈ। ਪਹਿਲਾ ਹੈਗਾ ਪੌਂਟਾ ਸਾਹਿਬ ਦੇ ਵਿੱਚ ਭੀਮ ਚੰਦ ਦੇ ਪੁੱਤਰ ਦੀ ਬਰਾਤ ਦਾ ਸਿੱਖਾਂ ਨਾਲ ਝਗੜਾ। ਵੀ ਉਹ ਜਿਹੜੇ ਪੁੱਤਰ ਸੀਗਾ ਉਹਦਾ ਪੁੱਤਰ ਦੀ ਬਰਾਤ ਜਿਹੜੀ ਜਾ ਰਹੀ ਸੀ ਉਹ ਸਿੱਖਾਂ ਨਾਲ ਲੜ ਪਏ ਸੀ, ਤਾਂ ਕਰਕੇ ਇਹ ਲੜਾਈ ਦਾ ਮੇਨ ਕਾਰਨ ਬਣ ਗਈ ਸੀ। ਕਿ ਹੈ ਨਾਦੌੜ ਦੀ ਲੜਾਈ ਦੇ ਕੀ ਕਾਰਨ ਸੀ। ਜਿਹੜੇ ਪਹਾੜੀ ਰਾਜੇ ਸੀ ਉਹ ਗੁਰੂ ਸਾਹਿਬ ਜੀ ਦੀ ਦੋਸਤੀ ਨੂੰ ਕਾਇਮ ਕਰਕੇ ਮੁਗਲ ਸਰਕਾਰ ਨੂੰ ਸਾਲਾਨਾ ਕਰ ਦੇਣ ਤੋਂ ਮਨਾ ਕਰ ਦਿੱਤਾ ਸੀ, ਤਾਂ ਕਰਕੇ ਨਾਦੌੜ ਦੀ ਲੜਾਈ ਜਿਹੜੀ ਸੀ ਉਹ ਹੋਈ ਸੀ। ਉਸ ਤੋਂ ਬਾਅਦ ਹੈ ਪੂਰਵ ਖਾਲਸਾ ਕਾਲ ਅਤੇ ਉੱਤਰ ਖਾਲਸਾ ਕਾਲ ਦੇ ਤੋਂ ਤੁਸੀਂ ਕੀ
ਭਾਵ ਲੈਂਦੇ ਹੋ। ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸੰਭਾਲਣ ਤੋਂ ਪਹਿਲਾਂ ਖਾਲਸਾ ਪੰਥ ਦੀ ਜਿਹੜੀ ਸਿਰਜਣਾ ਤੱਕ ਦੇ ਕਾਲ ਤੋਂ ਪਹਿਲਾਂ ਦੇ ਨੂੰ ਕੀ ਕਿਹਾ ਜਾਂਦਾ, ਪੂਰਵ ਖਾਲਸਾ ਕਾਲ ਕਿਹਾ ਜਾਂਦਾ। ਅਤੇ ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕਰਤੀ ਸੀ, ਉਸ ਦੇ ਸਮੇਂ ਤੋਂ ਬਾਅਦ ਉਹਨੂੰ ਉੱਤਰ ਖਾਲਸਾ ਕਾਲ ਦਾ ਨਾਮ ਦਿੱਤਾ ਜਾਂਦਾ। ਅੱਗੇ ਹੈ ਮੁਕਤਸਰ ਦਾ ਪੁਰਾਣਾ ਨਾਮ ਕੀ ਸੀ। ਮੁਕਤਸਰ ਦਾ ਅਤੇ ਉਸ ਦਾ ਨਾਮ ਹੀ ਕਿਵੇਂ ਪਿਆ। ਦੇਖੋ ਜੀ, ਮੁਕਤਸਰ ਜਿਹੜਾ ਸੀਗਾ ਉਹਦਾ ਪਹਿਲਾ ਨਾਮ ਖਦਰਾਣਾ ਸੀਗਾ। ਖਦਰਾਣੇ ਦੀ ਲੜਾਈ ਦੇ ਵਿੱਚ ਜਿਹੜਾ ਸੀਗਾ ਉੱਥੇ 40 ਮੁਕਤੇ ਜਿਹੜੇ ਸੀਗੇ ਉਹਨਾਂ ਦੇ ਨਾਮ ਜਿਹੜੇ ਸੀਗੇ ਉਹਨਾਂ ਦੇ ਨਾਮ ਦੱਸੇ ਗਏ ਸੀ, ਜਿਹੜੇ ਕਿ ਗੁਰੂ ਜੀ ਨੂੰ ਇੱਕ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਛੱਡ ਗਏ ਸੀਗੇ। ਉਹ ਉੱਥੇ ਨਾਲ ਆਏ ਅਤੇ ਉਹਨਾਂ ਦੀ ਜਿਹੜੇ ਲੜਦੇ ਲੜਦੇ ਉਹ ਸ਼ਹੀਦ ਹੋਏ, ਤਾਂ ਗੁਰੂ ਜੀ ਨੇ ਉਹਨਾਂ 40 ਮੁਕਤਿਆਂ ਦੇ ਯਾਦ ਦੇ ਵਿੱਚ ਖਦਰਾਣਾ ਦਾ ਨਾਮ ਚੇਂਜ ਕਰਕੇ ਕੀ ਰੱਖ ਦਿੱਤਾ ਸੀ, ਮੁਕਤਸਰ ਰੱਖ ਦਿੱਤਾ ਸੀ। ਜਫਾ ਨਾਮਕ ਖੱਤ ਗੁਰੂ ਜੀ ਨੇ ਕਿਸ ਨੂੰ ਲਿਖਿਆ ਸੀ। ਇਹ ਜਿਹੜਾ ਖੱਤ ਸੀਗਾ ਗੁਰੂ ਜੀ ਨੇ ਫਾਰਸੀ ਲੈਂਗੁਏਜ ਦੇ ਵਿੱਚ ਕਿਹਨੂੰ ਲਿਖਿਆ ਸੀ, ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ। ਅੱਗੇ ਹੈ ਗੁਰੂ ਸਾਹਿਬ ਜੀ ਦੀਆਂ ਪ੍ਰਸਿੱਧ 4 ਰਚਨਾਵਾਂ ਦੱਸੋ। ਗੁਰੂ ਸਾਹਿਬ ਜੀ ਦੀਆਂ ਐਵੇਂ ਤਾਂ ਬਹੁਤ ਸਾਰੀਆਂ ਰਚਨਾਵਾਂ ਨੇ, ਪਰ ਉਹਨਾਂ ਦੀਆਂ ਜਿਹੜੀਆਂ 4 ਪ੍ਰਸਿੱਧ ਸੀਗੀਆਂ ਉਹ ਹੈ ਜਾਪ ਸਾਹਿਬ, ਜਫਰਨਾਮਾ, ਅਕਾਲ ਉਸਤਤ ਅਤੇ ਸ਼ਸਤਰਨਾਮਾ ਮਾਲਾ ਆਦਿ ਜਿਹੜੀਆਂ ਸੀਗੀਆਂ ਉਹ ਰਚਨਾਵਾਂ ਹਾਲੇ ਵੀ ਦਰਜ ਨੇ। ਅੱਗੇ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਲੋਕਤੰਤਰ ਪ੍ਰਣਾਲੀ ਦੇ ਮੋਢੀ ਕਿਉਂ ਕਿਹਾ ਜਾ ਸਕਦਾ ਹੈ। ਕਿਉਂਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀਗੇ, ਉਹ ਆਪਣੀ ਜੋਤੀ ਜੋ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਸ਼ਕਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਦੇ ਵਿਚਾਲੇ ਵੰਡ ਕੇ ਲੋਕਤੰਤਰ ਦੀ ਸਥਾਪਨਾ ਕੀਤੀ। ਅਤੇ ਗੁਰੂ ਜੀ ਦੁਆਰਾ ਗੁਰਗੱਦੀ ਸੰਭਾਲਣ ਤੋਂ ਲੈ ਕੇ ਖਾਲਸਾ ਪੰਥ ਦੀ ਸਿਰਜਣਾ ਤੱਕ ਦਾ ਪੂਰਵ ਖਾਲਸਾ ਕਾਲ ਅਤੇ ਖਾਲਸਾ ਤੋਂ ਸਿਰਜਣ ਤੋਂ ਬਾਅਦ ਉਸਨੂੰ ਉੱਤਰ ਖਾਲਸਾ ਨਾਮ ਦਿੱਤਾ ਗਿਆ। ਅਤੇ ਇਸ ਕਰਕੇ ਜਿਹੜਾ ਸਾਡਾ ਲੋਕਤੰਤਰ ਪ੍ਰਣਾਲੀ ਸੀ ਉਹ ਹਾਲੇ ਵੀ ਚੱਲਦੀ ਆ ਰਹੀ ਸੀ। ਉਸ ਤੋਂ ਬਾਅਦ ਹੈ ਸ਼ਾਰਟ ਕੁਐਸਚਨ ਆਨਸਰ। ਇਹਦੇ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਪਟਨਾ ਵਿਖੇ ਆਪਣੇ ਜੀਵਨ ਜਿਹੜਾ ਬਚਪਨ ਕਿਵੇਂ ਬਿਤਾਇਆ। ਗੁਰੂ ਜੀ ਜਿਹੜੇ ਸੀਗੇ ਉਹਨਾਂ ਨੇ ਕੀ ਸੀਗਾ 5 ਸਾਲ ਜਿਹੜੇ ਸੀਗੇ ਉਹ ਪਟਨਾ ਸਾਹਿਬ ਦੇ ਵਿਖੇ ਵਿਕਾਏ। ਅਤੇ ਉਹਨਾਂ ਦੇ ਜਿਹੜੇ ਮਾਮਾ ਜੀ ਸੀਗੇ ਕਿਰਪਾਲ ਸਿੰਘ ਨੇ ਉਹਨਾਂ ਨੂੰ ਸਿੱਖਿਆ ਦਿੱਤੀ, ਮੁੱਢਲੀ ਸਿੱਖਿਆ, ਅਤੇ ਉਹਨਾਂ ਦੀ ਦੇਖ ਰੇਖ ਕਰਦੇ ਸੀ। ਘੁਮਾੜਮ ਪਟਿਆਲਾ ਦੇ ਵਿੱਚ ਸਥਿਤ ਇੱਕ ਮੁਸਲਮਾਨ ਜਿਹੜੇ ਫਕੀਰ ਭਿੱਖਣ ਸ਼ਾਹ ਬਾਲਕ ਗੋਬਿੰਦ ਰਾਏ ਜੀ ਦੇ ਦਰਸ਼ਨ ਦੇ ਲਈ ਪਟਨਾ ਵਿੱਚ ਗਏ ਸੀਗੇ। ਅਤੇ ਬਾਲਕ ਜੀ ਨੂੰ ਦੇਖ ਕੇ ਉਸਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਇਹ ਬਾਲਕ ਵੱਡਾ ਹੋ ਕੇ ਇੱਕ ਮਹਾਨ ਪੁਰਸ਼ ਬਣੇਗਾ ਅਤੇ ਲੋਕਾਂ ਦੇ ਲਈ ਰਹਿਨੁਮਾਈ ਕਰੇਗਾ। ਉਸ ਦੀ ਇਹ ਭਵਿੱਖਬਾਣੀ ਬਿਲਕੁਲ ਸੱਚ ਸਿੱਧ ਹੋਈ ਅਤੇ ਉਸੇ ਤਰ੍ਹਾਂ ਸ਼ਿਵਦੱਤ ਨਾਂ ਦੇ ਇੱਕ ਸ਼ਿਵ ਭਗਤ ਨੇ ਗੋਬਿੰਦ ਰਾਏ ਜੀ ਦੇ ਅਧਿਆਤਮਿਕ ਮਹਾਨਤਾ ਦੇ ਬਾਰੇ ਵੀ ਇੱਕ ਅਮੀਰ ਜ਼ਮੀਂਦਾਰ ਪਰਿਵਾਰ ਤੋਂ ਸੂਚਿਤ ਕੀਤਾ ਸੀ। ਅਤੇ ਉਹ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ, ਇਹ ਅਮੀਰ ਜੋੜਾ ਜਿਹੜਾ ਸੀ ਗੋਬਿੰਦ ਰਾਏ ਜੀ ਦੇ ਨਾਲ ਬਹੁਤ ਪਿਆਰ ਕਰਨ ਲੱਗਾ ਸੀਗਾ। ਅਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿ ਕੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਮੇਨ ਕੰਮ ਕੀਤੇ ਸੀ। ਗੁਰੂ ਜੀ ਜਿਹੜੇ ਸੀਗੇ ਉਹ ਮਹਾਨ ਲੱਛਣ ਵਾਲੇ ਬੱਚਿਆਂ ਨੂੰ ਦਿਖਾਈ ਦੇਣ ਲੱਗੇ ਸੀਗੇ, ਅਤੇ ਇਸ ਕਰਕੇ ਉਹ ਆਪਣੇ ਸਾਥੀਆਂ ਦੇ ਟੋਲੀਆਂ ਵੰਡ ਕੇ ਕੀ ਸੀਗਾ ਯੁੱਧ ਦੇ ਅਭਿਆਸ ਕਰਦੇ ਸੀ ਅਤੇ ਉਹਨਾਂ ਨਾਲ ਕੌਡੀਆਂ ਅਤੇ ਮਠਿਆਈਆਂ ਦਿੰਦੇ ਸੀ। ਉਹ ਉਹਨਾਂ ਦੇ ਝਗੜੇ ਦਾ ਨਿਪਟਾਰਾ ਵੀ ਕਰਦੇ ਸੀ ਅਤੇ ਕੋਈ ਵੀ ਫੈਸਲੇ ਸਮੇਂ ਉਹਨਾਂ ਦੀ ਬੜੀ ਸੂਝਬੂਝ ਨਾਲ ਕੰਮ ਲੈਂਦੇ ਸੀਗੇ। ਉਸ ਤੋਂ ਬਾਅਦ ਹੈ ਖਾਲਸਾ ਦੀ ਸਥਾਪਨਾ ਦੇ ਨਿਯਮ ਦਾ ਵਰਣਨ ਕਰਨਾ ਵਾ। ਵੀ ਜਿਹੜਾ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਉਹ 13 ਅਪ੍ਰੈਲ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰੱਖੀ ਗਈ। ਅਤੇ ਮੁੱਖ ਉਦੇਸ਼ ਕੀ ਸੀਗੇ। ਦੇਖੋ ਜੀ, ਪਹਿਲਾ ਸੀਗਾ ਹਰੇਕ ਖਾਲਸਾ ਜਿਹੜੇ ਵੀ ਸਿੱਖ ਧਰਮ ਦੇ ਲੋਕ ਨੇ ਉਹਨਾਂ ਨੇ ਆਪਣੇ ਜਿਹੜੇ ਮੇਲ ਪਾਰਟਨਰ ਨੇ ਉਹਨਾਂ ਨੇ ਕੀ ਰੱਖਣਾ ਵਾ, ਸਿੰਘ ਨਾਮ ਲਗਾਉਣਾ ਵਾ, ਅਤੇ ਜਿਹੜੀਆਂ ਫੀਮੇਲ ਪਾਰਟਨਰਸ ਨੇ ਉਹਨਾਂ ਨੇ ਕੌਰ ਲਗਾਉਣਾ ਵਾ। ਉਸ ਤੋਂ ਬਾਅਦ ਹੈ ਖਾਲਸਾ ਦੇ ਪ੍ਰਵੇਸ਼ ਤੱਕ ਹਰੇਕ ਵਿਅਕਤੀ ਨੂੰ ਜਿਹੜਾ ਵਾ ਖੰਡੇ ਪਾਉਣ ਦੀ ਸੇਵਨ ਕਰਨਾ ਪਵੇਗਾ, ਤਦ ਹੀ ਉਹ ਆਪਣੇ ਆਪ ਨੂੰ ਖਾਲਸਾ ਕਹਾਵੇਗਾ। ਫਿਰ ਹਰ ਇੱਕ ਸਿੰਘ ਜ਼ਰੂਰੀ ਤੌਰ 'ਤੇ 5 ਕੰਕਾਰ ਧਾਰਨ ਕਰੇਗਾ। ਉਹ ਸੀ ਕੇਸ, ਕੜਾ, ਕਛਹਿਰਾ, ਕੰਘਾ ਅਤੇ ਕਿਰਪਾਨ। ਹਰ ਇੱਕ ਸਿੰਘ ਹਰ ਰੋਜ਼ ਸਵੇਰੇ ਇਸ਼ਨਾਨ ਕਰਕੇ 5 ਬਾਣੀਆਂ ਦਾ ਪਾਠ ਕਰੇਗਾ, ਜਿਨ੍ਹਾਂ ਦੇ ਵਿੱਚ ਉਚਾਰਨ ਖੰਡੇ ਦੀ ਪਹੁਲ ਤੋਂ ਤਿਆਰ ਹੋ ਕੇ ਕਰਦੇ ਸਮੇਂ ਕੀਤੀ ਗਿਆ ਸੀ। ਅੱਗੇ ਹੈ ਭਗਾੜੀ ਦੀ ਲੜਾਈ ਦੇ ਕੀ ਕਾਰਨ ਸੀਗੇ। ਦੇਖੋ ਜੀ, ਭਗਾੜੀ ਦੀ ਜਿਹੜੀ ਲੜਾਈ ਹੋਈ ਸੀ ਉਹ 1688 ਈਸਵੀ ਵਿੱਚ ਪਹਾੜੀ ਰਾਜਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਈ ਸੀਗੀ। ਪਹਾੜੀ ਜਿਹੜੇ ਰਾਜੇ ਸੀਗੇ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਕਾਰਵਾਈਆਂ ਨੂੰ ਆਪਣੇ ਰਾਜਾਂ ਦੇ ਵਿੱਚ ਖਤਰਾ ਸਮਝਦੇ ਸੀਗੇ। ਦੂਜਾ ਸੀ ਗੁਰੂ ਜੀ ਨੇ ਮੂਰਤੀ ਪੂਜਾ ਦੇ ਵਿਰੁੱਧ ਸੀਗੇ, ਅਤੇ ਤਾਂ ਕਰਕੇ ਪਹਾੜੀ ਰਾਜਾ ਜਿਹੜੇ ਸੀਗੇ ਉਹਨਾਂ ਮੂਰਤੀ ਪੂਜਾ ਦੇ ਵਿੱਚ ਬਹੁਤ ਸਾਰਾ ਵਿਸ਼ਵਾਸ ਸੀ। ਉਸ ਤੋਂ ਬਾਅਦ ਹੈ ਗੁਰੂ ਜੀ ਨੇ ਆਪਣੀ ਸੈਨਾ ਨੂੰ ਮੁਗਲ ਫੌਜ ਨੂੰ ਕੱਢੇ ਗਏ 500 ਪਠਾਨਾਂ ਨੂੰ ਭਰਤੀ ਕਰ ਲਏ ਸੀ। ਤਾਂ ਕਰਕੇ ਪਹਾੜੀ ਰਾਜੇ ਜਿਹੜੇ ਸੀਗੇ ਉਹ ਮੁਗਲ ਸਰਕਾਰ ਦੇ ਵਫਾਦਾਰ ਸੀ, ਇਸ ਕਰਕੇ ਉਹ ਗੁਰੂ ਜੀ ਦੇ ਕਾਰਵਾਈ ਨੂੰ ਠੀਕ ਨਹੀਂ ਸਮਝਿਆ। ਫਿਰ ਉਸ ਤੋਂ ਬਾਅਦ ਹੈ ਆਲੇ ਦੁਆਲੇ ਦੇ ਜਿਹੜੇ ਮੁਗਲ ਫੌਜਦਾਰ ਸੀਗੇ ਉਹ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਖਿਲਾਫ ਹਮੇਸ਼ਾ ਉਕਸਾਉਂਦੇ ਰਹਿੰਦੇ ਸੀਗੇ। ਉਸ ਤੋਂ ਬਾਅਦ ਸੀ ਗੁਰੂ ਸਾਹਿਬ ਜੀ ਨੇ ਨਾਲ ਪਹਾੜੀ ਰਾਜਾ ਭੀਮ ਦੇ ਚੰਦ ਦੀ ਪੁਰਾਣੀ ਦੁਸ਼ਮਣੀ ਸੀ। ਇਸ ਲੜਾਈ ਦੇ ਤਤਕਾਲ ਕਾਰਨ ਇਹ ਸੀ ਕਿ ਭੀਮ ਚੰਦ ਦੇ ਪੁੱਤਰ ਦੀ ਬਰਾਤ ਜਦੋਂ ਗੜਵਾਲ ਵਿੱਚ ਜਾ ਰਹੀ ਸੀ ਤਾਂ ਸਿੱਖ ਨੇ ਪਾਉਂਟਾ ਸਾਹਿਬ ਦੇ ਵਿੱਚੋਂ ਲੰਘਣ ਨਾ ਦਿੱਤਾ, ਅਤੇ ਇਸ ਦੇ ਸਿੱਟੇ ਜਿਹੜੇ ਪਹਾੜੀ ਰਾਜੇ ਸੀਗੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਜਿਹੜਾ ਲੜਾਈ ਦਾ ਜਾਂ ਯੁੱਧ ਦਾ ਜਿਹੜਾ ਫੈਸਲਾ ਕਰ ਲਿਆ ਸੀਗਾ।
ਉਸ ਤੋਂ ਬਾਅਦ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਦੇ ਵਿਰੁੱਧ ਮੁਗਲਾਂ ਦੀ ਮੁਹਿੰਮ ਦਾ ਹਾਲ ਲਿਖੋ। ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀਗੇ, ਜਿਸ ਸਮੇਂ ਉਹ ਤਾਕਤਵਰ ਹੋ ਰਹੇ ਸੀਗੇ, ਤਾਂ ਉਸ ਸਮੇਂ ਜਿਹੜੇ ਮੁਗਲ ਬਾਦਸ਼ਾਹ ਜਿਹੜਾ ਔਰੰਗਜ਼ੇਬ ਸੀ ਉਹ ਦੱਖਣ ਦੇ ਵੱਲ ਸਨ, ਅਤੇ ਉਹਨਾਂ ਦੇ ਉਸ ਦੇ ਹੁਕਮ ਦੇ ਨਾਲ ਕਾਂਗੜਾ ਦੇ ਇਲਾਕੇ ਦੇ ਫੌਜਦਾਰ ਦਿਲਾਵਰ ਖਾਨ ਨੇ 1694 ਦੇ ਵਿੱਚ ਗੁਰੂ ਸਾਹਿਬ ਜੀ ਦੇ ਵਿਰੁੱਧ ਇੱਕ ਫੌਜ ਭੇਜੀ। ਇਸ ਦੀ ਅਗਵਾਈ ਜਿਹੜਾ ਸੀ ਦਿਲਾਵਰ ਖਾਨ ਦਾ ਪੁੱਤਰ ਰੁਸਤਮ ਖਾਨ ਕਰ ਰਿਹਾ ਸੀਗਾ, ਪਰੰਤੂ ਇਸ ਵਿੱਚ ਗੁਰੂ ਸਾਹਿਬ ਜੀ ਨੇ ਯੁੱਧ ਕੀਤੇ ਬਿਨਾਂ ਹੀ ਦੌੜ ਗਿਆ। ਗੁਰੂ ਸਾਹਿਬ ਜੀ ਨਾਲ ਉਹਨਾਂ ਨੇ ਯੁੱਧ ਨਹੀਂ ਕੀਤਾ। 1896 ਦੇ ਵਿੱਚ ਦਿਲਾਵਰ ਖਾਨ ਨੇ ਹੁਸੈਨ ਖਾਨ ਦੀ ਅਗਵਾਈ ਵਿੱਚ ਗੁਰੂ ਸਾਹਿਬ ਦੇ ਵਿਰੁੱਧ ਇੱਕ ਹੋਰ ਫੌਜ ਭੇਜੀ ਸੀਗੀ। ਕਈ ਪਹਾੜੀ ਰਾਜਿਆਂ ਨੇ ਉਸ ਨਾਲ ਮਿਲ ਗਏ ਸੀ, ਪਰੰਤੂ ਅਨੇਕਾਂ ਸਿੱਖਾਂ ਦੇ ਲੜਦੇ ਲੜਦੇ ਆਪਣੀ ਸ਼ਹੀਦੀ ਦਿੱਤੀ। ਅੰਤ ਵਿੱਚ ਹੁਸੈਨ ਖਾਨ ਵੀ ਹਾਰ ਗਿਆ ਅਤੇ ਉਹ ਮਾਰਿਆ ਗਿਆ। ਇਸ ਤੋਂ ਬਾਅਦ ਜਿਹੜਾ ਸੀ ਜੁਝਾਰ ਸਿੰਘ ਅਤੇ ਚੰਦੇਲ ਰਾਏ ਜੀ ਦੀ ਅਗਵਾਈ ਵਿੱਚ ਮੁਗਲ ਫੌਜਾਂ ਨੂੰ ਅਨੰਦਪੁਰ ਸਾਹਿਬ ਦੇ ਵੱਲ ਵਧੀਆਂ, ਪਰੰਤੂ ਉਸ ਦੇ ਵਿੱਚ ਪਹਾੜੀ ਰਾਜਾ ਸਿੰਘ ਦੇ ਰਸਤੇ ਵਿੱਚ ਹੀ ਹਰਾ ਦਿੱਤਾ ਸੀਗਾ। ਤਾਂ ਇਸ ਕਰਕੇ ਜਿਹੜੀ ਇਹ ਲੜਾਈਆਂ ਸੀਗੀਆਂ ਥੋੜ੍ਹੀਆਂ ਜਿਹੀਆਂ ਘਟੀਆਂ। ਉਸ ਤੋਂ ਬਾਅਦ ਹੈ ਚਮਕੌਰ ਸਾਹਿਬ ਦੀ ਲੜਾਈ ਦੇ ਉੱਤੇ ਨੋਟ ਲਿਖੇ ਹੋਏ ਬਹੁਤ ਮਹੱਤਵਪੂਰਨ ਆ ਕੁਐਸਚਨ, ਤੁਸੀਂ ਇਹ ਹਮੇਸ਼ਾ ਯਾਦ ਰੱਖਣਾ ਵਾ। ਸਰਸਾ ਨਦੀ ਨੂੰ ਪਾਰ ਕਰਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਸਾਹਿਬ ਵਿੱਚ ਪੁੱਜੇ। ਉੱਥੇ ਉਹਨਾਂ ਦੇ ਪਿੰਡ ਜ਼ਿਮੀਂਦਾਰ ਦੇ ਕੱਚੇ ਮਕਾਨ ਦੇ ਵਿੱਚ ਆਸਰਾ ਲਿਆ, ਪਰ ਪਹਾੜੀ ਰਾਜਿਆਂ ਨੇ ਮੁਗਲ ਫੌਜਾਂ ਦੇ ਨਾਲ ਉੱਥੇ ਹੀ ਉਹਨਾਂ ਨੂੰ ਘੇਰਾ ਪਾ ਲਿਆ। ਉਸੇ ਵੇਲੇ ਗੁਰੂ ਜੀ ਦੇ ਨਾਲ ਕੇਵਲ 40 ਸਿੱਖ ਅਤੇ ਉਹਨਾਂ ਦੇ 2 ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਸੀਗੇ। ਫਿਰ ਵੀ ਗੁਰੂ ਜੀ ਨੇ ਹੌਸਲਾ ਨਾ ਛੱਡਿਆ ਅਤੇ ਮੁਗਲਾਂ ਦਾ ਡਟ ਕੇ ਤਾਕੜਾ ਕੀਤਾ। ਇਸ ਯੁੱਧ ਦੇ ਵਿੱਚ ਉਹਨਾਂ ਦੇ 2 ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕੀਤੀ। ਇਸ ਦੇ ਪਰੰਤੂ 35 ਸਿੱਖਾਂ ਨੇ ਲੜਦੇ ਲੜਦੇ ਸ਼ਹੀਦ ਹੋ ਗਏ। ਉਹਨਾਂ ਵਿੱਚੋਂ 3 ਪਿਆਰੇ ਵੀ ਸ਼ਾਮਲ ਸਨ। ਹਾਲਤ ਉੱਕਾ ਹੀ ਵਿਰੁੱਧ ਸਨ। ਇਸ ਲਈ ਸਿੱਖਾਂ ਨੇ ਬੇਨਤੀ ਕਰਕੇ ਗੁਰੂ ਜੀ ਨੂੰ 5 ਸਾਥੀਆਂ ਸਮੇਤ ਮਾਛੀਵਾੜਾ ਦੇ ਜੰਗਲ ਦੇ ਵਿੱਚ ਤੁਰਨ ਲਈ ਭੇਜ ਦਿੱਤਾ ਸੀਗਾ। ਇਹ ਸੀਗਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਜਿਹੜੇ ਅਸੀਂ ਸ਼ਾਰਟ ਕੁਐਸਚਨ ਆਨਸਰ ਅਤੇ ਵੈਰੀ ਸ਼ਾਰਟ ਕੁਐਸਚਨ ਆਨਸਰ ਡਿਸਕਸ ਕੀਤੇ ਨੇ ਉਹਨਾਂ ਨੂੰ ਯਾਦ ਰੱਖਣਾ ਵਾ। ਈਅਰਸ ਜਿਹੜੇ ਨੇ ਉਹਨਾਂ ਨੂੰ ਵੀ ਯਾਦ ਰੱਖਣਾ ਵਾ। 1699 ਜਿਹੜੀਆਂ ਲੜਾਈਆਂ ਹੋਈਆਂ ਨੇ 1886, 1888 1688, ਇਹ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ। ਕਿਹੜੀ ਲੜਾਈ ਕਦੋਂ ਹੋਈ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀਆਂ ਹੋਰ ਟੀਚਿੰਗਾਂ ਨੇ, ਉਹ ਸਾਰਾ ਕੁਝ ਯਾਦ ਰੱਖਣਾ ਵਾ। ਇਹ ਤੁਹਾਡੇ ਲਈ ਬਹੁਤ ਜ਼ਿਆਦਾ ਯੂਜ਼ਫੁਲ ਹੋਏਗਾ ਅਤੇ ਤੁਹਾਨੂੰ ਜਿਹੜੇ ਇਹਦੇ ਵਿੱਚੋਂ ਕੁਐਸਚਨਸ ਜਿਹੜੇ ਹੁੰਦੇ ਉਹ ਪੱਕੇ ਹੀ ਆਉਂਦੇ ਹੁੰਦੇ ਆ, ਤਾਂ ਤੁਸੀਂ ਇਹਨੂੰ ਪ੍ਰੋਪਰ ਨੋਟ ਡਾਊਨ ਕਰ ਲੈਣਾ। Thank you so much watching for my session, and when you have been facing any kind of the problem, so you must be a comment on my comment box. Thanks a lot watching for my session.